ਵਾਹਿਗੁਰੂ ਸਾਹਿਬ ਜੀ। ਧਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੈ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਸੁਖਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਪੰਜਵਾਂ। ਛੰਤ ਘਰ ਪਹਿਲਾ। ਯਾਰ ਵੇ ਫਿਰ ਆਪਣ ਭਾਣਾ, ਕਿਛ ਨੀਸੀ ਚੰਦਾ। ਯਾਰ ਵੇ ਤੇਰਾ ਵਿਆਹ, ਲਾਲਨ ਮੂੰਹ ਦਸ ਦਸੰਦਾ। ਲਾਲਨ ਤੇ ਪਾਇਆ ਆਪ ਗਵਾਇਆ, ਜੈ ਤਨ ਭਾਗ ਮਥਾਣਾ।
ਬਾਹਾਂ ਪਕੜ ਠਾਕਰ ਹਉ ਕਿੰਦੀ, ਗੁਣ ਅਵਗਣ ਨਾ ਪਛਾਣੈ। ਗੁਣ ਹਾਥ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਛ ਸੁਹੰਦਾ। ਜਨ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਪਤਾਰ ਵਸੰਦਾ। ਯਾਰ ਵੇ ਫਿਰ ਆਪਣ ਪਾਣਾ ਕਿਛ ਨਿਸੀ ਸੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਦੇ ਅੰਦਰ ਜੋ ਸਤਿਗੁਰਾਂ ਨੇ ਸਾਨੂੰ ਪਵਿੱਤਰ ਸ਼ੰਤ ਨਾਮ ਦੀ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਤੋਂ ਸ਼ੁਰੂ ਕਰ ਚੁੱਕੇ ਹਾਂ। ਕੱਲ੍ਹ ਇਸ ਸ਼ਬਦ ਦੀਆਂ 2 ਪੌੜੀਆਂ, 2 ਸ਼ੰਤਾਂ ਦੀਆਂ ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਸ਼ੰਤ ਦੀਆਂ 2 ਪੌੜੀਆਂ ਬਾਕੀ ਨੇ ਜਿਹੜੀਆਂ ਅੱਜ ਦੇ ਦੀਵਾਨ ਦੇ ਅੰਦਰ ਆਪਾਂ ਸਰਵਣ ਕਰਾਂਗੇ। ਸਰੀਰ ਕਰਕੇ ਬੈਠੇ ਆ, ਮਨ ਕਰਕੇ ਵੀ ਬੈਠੀਏ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯਾਰ ਵੇ ਫਿਰ ਆਪਣ ਪਾਣਾ ਕਿਛ ਨੀਚੀ ਸੰਦਾ। ਬਖਸ਼ਿਸ਼ ਕਰ ਦੇ। ਯਾਰ ਵੇ, ਵੇ ਤੋਂ ਭਾਵ ਹੈ ਹੇ, ਯਾਰ ਤੋਂ ਭਾਵ ਹੈ ਸੰਤ ਸਾਧੂ ਗੁਰਮੁਖ ਨਾਮ ਜਪਣ ਵਾਲੇ। ਹੇ ਸੰਤੋ ਫਿਰ ਆਪਨ ਭਾਣਾ, ਉਹ ਪਰਮਾਤਮਾ ਜੋ ਕਰਦਾ ਆਪਣੇ ਭਾਣੇ ਵਿੱਚ ਕਰਦਾ। ਭਾਣੇ ਤੋਂ ਭਾਵ ਕਿ ਆਪਣੇ ਹੁਕਮ ਵਿੱਚ ਹੀ ਕਰਦਾ, ਆਪਣੀ ਰਜਾ ਵਿੱਚ ਆਪ ਹੀ ਬੈਠਾ ਹੋਇਆ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਨਾ ਤੇ ਉਹ ਬਣਾਉਣ ਲੱਗਿਆਂ ਪੁੱਛਦਾ, ਨਾ ਉਹ ਢਾਉਣ ਲੱਗਿਆਂ ਪੁੱਛਦਾ। ਜਿਸ ਵੇਲੇ ਜਨਮ ਦਿੱਤਾ ਨਾ, ਜਨਮ ਤੋਂ ਪਹਿਲਾਂ ਸਰੀਰ ਬਣਾਇਆ ਨਾ, ਗੰਢਾਉਂਦਿਆਂ 6 ਮਾਹ ਬਾਣੀ ਪੜ੍ਹਦੇ ਆ ਨਾ ਵੀ 6 ਮਹੀਨੇ ਲੱਗ ਗਏ ਸਰੀਰ ਨੂੰ ਬਣਦਿਆਂ। ਜਦੋਂ ਉਹ ਸਰੀਰ ਨੂੰ ਬਣਾਉਣ ਲੱਗਾ ਸੀ ਉਹਨੇ ਪੁੱਛਿਆ ਨਹੀਂ ਕਿਸੇ ਨੂੰ, ਇੱਥੋਂ ਤੱਕ ਕਿ ਮਾਂ ਨੂੰ ਵੀ ਨਹੀਂ ਪੁੱਛਿਆ ਜਿਸ ਮਾਂ ਨੇ ਬੱਚੇ ਨੂੰ ਜਨਮ ਦੇਣਾ। ਮਾਂ ਦੀ ਕੁੱਖ ਦੇ ਵਿੱਚ ਬੱਚੇ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਬਣਾਉਣ ਤੋਂ ਪਹਿਲਾਂ ਬਾਪ ਨੂੰ ਨਹੀਂ ਪੁੱਛਿਆ, ਪਿੰਡ ਨਗਰ ਦੇ ਮੋਹਤਬਾਰ ਨੂੰ ਨਹੀਂ ਪੁੱਛਿਆ, ਬਾਪ ਨੂੰ ਨਹੀਂ ਪੁੱਛਿਆ, ਮਾਂ ਨੂੰ ਨਹੀਂ ਪੁੱਛਿਆ, ਆਪਣੀ ਮਰਜ਼ੀ ਨਾਲ ਬਣਾਉਣਾ ਉਹਨੇ ਸ਼ੁਰੂ ਕਰ ਦਿੱਤਾ। ਪੁੱਛ ਨਾ ਸਾਜੇ, ਜਦੋਂ ਸਾਜਦਾ ਹੈ ਨਾ ਉਹ ਸਰੀਰ ਬਣਾਉਂਦਾ, ਪੁੱਛਦਾ ਨਹੀਂ ਕਿਸੇ ਦੀ, ਆ ਕੇ ਰਜਾ ਨਹੀਂ ਲੈਂਦਾ ਵੀ ਦੱਸ ਬਣਾਈਏ ਕਿ ਨਾ। ਤੇ ਪੁੱਛ ਨਾ ਢਾਹੇ, ਜਦੋਂ ਉਹ ਸਰੀਰ ਨੂੰ ਖਤਮ ਕਰਦਾ ਉਹ ਉਦੋਂ ਵੀ ਨਹੀਂ ਆ ਕੇ ਪੁੱਛਦਾ ਕਿਸੇ ਨੂੰ। ਜਦੋਂ ਸਰੀਰ ਬਣਾਇਆ ਸੀ ਉਦੋਂ ਵੀ ਨਹੀਂ ਪੁੱਛਿਆ, ਜਦੋਂ ਸਰੀਰ ਨੂੰ ਲੈ ਕੀਤਾ ਸਮਾਪਤ ਕੀਤਾ ਉਦੋਂ ਵੀ ਨਹੀਂ ਪੁੱਛਿਆ। ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਲੇਵੈ। ਜੇ ਕਿਸੇ ਕੋਲੋਂ ਪਦਾਰਥ ਕੋਈ ਲੈ ਲੈਣਾ ਵਾਪਸ ਤਾਂ ਵੀ ਉਹ ਪੁੱਛਦਾ ਨਹੀਂ। ਜਿਹਦੇ ਕੋਲੋਂ ਲੈਣਾ ਨਾ ਉਹਨੂੰ ਵੀ ਨਹੀਂ ਪੁੱਛਦਾ ਵੀ ਤੇਰੇ ਕੋਲੋਂ ਆਹ ਚੀਜ਼ ਮੈਂ ਵਾਪਸ ਲੈਣ ਲੱਗਾ। ਪਹਿਲਾਂ ਰਾਜਿਆਂ ਨੂੰ ਤਖਤ ਦੇ ਦਿੰਦਾ ਨਾ, ਤਖਤ 'ਤੇ ਰਾਜੇ ਬਿਠਾ ਦਿੰਦਾ। ਜਦੋਂ ਸਮਾਂ ਆਉਂਦਾ ਉਹਦਾ ਜੀਅ ਕਰਦਾ ਉਹਨਾਂ ਰਾਜਿਆਂ ਨੂੰ ਤਖਤ ਤੋਂ ਥੱਲੇ ਲਾ ਦਿੰਦਾ ਅਤੇ ਰਾਜ ਭਾਗ ਕਿਸੇ ਹੋਰ ਨੂੰ ਦੇ ਦਿੰਦਾ। ਪੁੱਛ ਨਾ ਲੇਵੈ,
ਜਦੋਂ ਕਿਸੇ ਕੋਲੋਂ ਕੋਈ ਚੀਜ਼ ਲੈਂਦਾ ਵਾਪਸ ਆਪਣੀ ਦਿੱਤੀ ਹੋਈ, ਉਦੋਂ ਵੀ ਨਹੀਂ ਪੁੱਛਦਾ ਵੀ ਲੈ ਲਵਾਂ ਕਿ ਨਾ। ਪੁੱਛ ਨਾ ਲੇਵੈ ਦੇ, ਜਦੋਂ ਕਿਸੇ ਨੂੰ ਦਿੰਦਾ ਹੈ ਉਦੋਂ ਵੀ ਉਹ ਪੁੱਛਦਾ ਨਹੀਂ ਮੈਂ ਦੇਵਾਂ ਕਿ ਨਾ ਦੇਵਾਂ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਲੈਣ ਲੱਗਿਆਂ, ਦੇਣ ਲੱਗਿਆਂ, ਬਣਾਉਣ ਲੱਗਿਆਂ, ਢਾਉਣ ਲੱਗਿਆਂ ਪੁੱਛਿਆ ਨਹੀਂ। ਯਾਰ ਵੇ ਫਿਰ ਆਪਨ ਭਾਣਾ। ਐ ਸੰਤ ਜਨੋ, ਪ੍ਰਮਾਤਮਾ ਦੇ ਆਪਣਾ ਹੀ ਭਾਣਾ, ਆਪਣਾ ਹੀ ਹੁਕਮ ਹੈ। ਉਹ ਆਪਣੇ ਭਾਣੇ ਵਿੱਚ ਆਪੇ ਰਹਿੰਦਾ, ਕਿਸੇ ਦੀ ਸਲਾਹ ਦੇ ਨਾਲ ਨਹੀਂ ਉਹ ਚੱਲਦਾ। ਵੱਡੀਆਂ ਵੱਡੀਆਂ ਸਰਕਾਰਾਂ ਨਾ ਦੇਸ਼ ਚਲਾਉਣ ਵਾਲੀਆਂ ਜਾਂ ਪੂਰੀ ਦੁਨੀਆ ਚਲਾਉਣ ਵਾਲੀਆਂ, ਉਹਨਾਂ ਨੇ ਵੀ ਅੱਗੇ ਸਲਾਹ ਕਰ ਰੱਖੇ ਹੁੰਦੇ ਤਜਰਬੇਕਾਰ। ਆਹ ਕੰਮ ਕਰਾਂਗੇ ਇਹਦੇ ਵਿੱਚੋਂ ਕੀ ਘਾਟਾ ਪਵੇਗਾ, ਆਹ ਕਰਾਂਗੇ ਇਹਦੇ ਵਿੱਚ ਕੀ ਨਫਾ ਹੋਵੇਗਾ। ਮੰਨਿਆ ਨਾ ਸਰਕਾਰ ਨੇ ਵੀ ਅਸੀਂ ਨੋਟਬੰਦੀ ਕਰਕੇ, ਤੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਨਹੀਂ ਇਹ ਘਾਟੇ ਵਾਲਾ ਅਸੀਂ ਹੁਕਮ ਸੁਣਾ ਬੈਠੇ। ਸਰਕਾਰ ਨੇ ਆਪ ਮੰਨਿਆ ਬਾਅਦ ਵਿੱਚ ਜਾ ਕੇ। ਐਡੀਆਂ ਐਡੀਆਂ ਵੱਡੀਆਂ ਸਲਾਹਾਂ ਦੇਣ ਵਾਲਿਆਂ ਦੀ ਸਲਾਹ ਲੈ ਕੇ ਵੀ ਫੈਸਲਾ ਉਹ ਹੋਇਆ ਜਿਹੜਾ ਲੋਕਾਂ ਨੂੰ ਮਨਜ਼ੂਰ ਨਾ ਹੋਇਆ। ਪਰ ਪਰਮਾਤਮਾ ਕਿਸੇ ਦੀ ਸਲਾਹ ਨਹੀਂ ਲੈਂਦਾ, ਆਪਣੀ ਮਰਜ਼ੀ ਦਾ ਖੁਦ ਮਾਲਕ ਹੈ। ਯਾਰ ਵੇ ਫਿਰ ਆਪਨ ਭਾਣਾ, ਉਹ ਆਪਣੇ ਭਾਣੇ ਵਿੱਚ ਆਪ ਰਹਿੰਦਾ, ਆਪ ਚੱਲਦਾ ਹੈ। ਕਿਸ ਨਿਸੀ ਛੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਛੰਦਾ ਤੋਂ ਭਾਵ ਮੁਲਾਜਾ। ਉਹ ਕਿਸੇ ਦਾ ਮੁਲਾਜੇਦਾਰ ਨਹੀਂ ਹੈ, ਕਿਸੇ ਦਾ ਨੌਕਰ ਨਹੀਂ ਹੈ, ਕਿਸੇ ਦੇ ਹੁਕਮ ਦੇ ਵਿੱਚ ਰਹਿਣ ਵਾਲਾ ਨਹੀਂ। ਆਪਣੀ ਮਰਜ਼ੀ ਦਾ ਉਹ ਸੁਤੰਤਰ ਮਾਲਕ ਹੈ, ਉਹ ਆਜ਼ਾਦ ਹੈ, ਉਹ ਕਿਸੇ ਦੇ ਅੰਦਰ ਨਹੀਂ ਹੈ, ਆਪਣੇ ਭਾਣੇ ਨੂੰ ਆਪ ਚਲਾਉਣ ਵਾਲਾ ਹੈ। ਯਾਰ ਵੈ ਤਾਰਾ ਵਿਆ ਲਾਲਣ ਮੂੰਹ ਦੱਸ ਦਸੰਦਾ। ਕਿਸੇ ਨੇ ਜਾ ਕੇ ਸਾਧੂ ਨੂੰ ਬੇਨਤੀ ਕੀਤੀ ਹੈ, ਮਹਾਤਮਾ ਜੀ ਐ ਸੰਤ ਜਨੋ ਮੇਰੀ ਇੱਕ ਬੇਨਤੀ ਹੈ। ਬੇਨਤੀ ਕੀ ਹੈ? ਤੈਂ ਰਾਵਿਆ ਲਾਲਨ, ਤੁਸੀਂ ਉਸ ਪਿਆਰੇ ਨੂੰ ਮਾਣਿਆ ਹੈ, ਜਿਹਨੇ ਪ੍ਰਾਪਤੀ ਕਰ ਲਈ ਹੈ। ਉਹਨੂੰ ਜਾ ਕੇ ਬੇਨਤੀ ਉਹ ਕਰਦਾ ਜਿਹਨੇ ਪ੍ਰਾਪਤੀ ਨਹੀਂ ਕੀਤੀ ਹੈ। ਨਹੀਂ ਪ੍ਰਾਪਤੀ ਵਾਲਾ ਜਾ ਕੇ ਬੇਨਤੀ ਕਰਦਾ, ਐ ਮਹਾਤਮਾ ਜੀ ਤੁਸੀਂ ਉਸ ਪ੍ਰਮਾਤਮਾ ਨੂੰ ਮੰਨ ਲਿਆ ਹੈ, ਤੁਸੀਂ ਉਸ ਨੂੰ ਭੋਗਿਆ, ਤੁਸੀਂ ਉਸ ਨੂੰ ਪ੍ਰਾਪਤ ਕਰ ਲਿਆ ਹੈ। ਲਾਲਨ ਤਾਂ ਪਾਇਆ ਆਪ ਗਵਾਇਆ। ਮੂੰਹ ਦੱਸ ਦਸੰਦਾ, ਮੈਂ ਪੁੱਛਣ ਵਾਲਾ ਸਵਾਲੀ ਹੋ ਕੇ ਤੁਹਾਡੇ ਕੋਲੋਂ ਪੁੱਛਦਾ ਹਾਂ ਵੀ ਤੁਸੀਂ ਕਿਵੇਂ ਉਸ ਨੂੰ ਪਾਇਆ ਹੈ। ਗੁਰਮੁਖੋ ਗੁਰਬਾਣੀ ਸਾਡੇ ਨਾਲ ਗੱਲਾਂ ਕਰਦੀ ਹੈ। ਜੇ ਕੋਈ ਸਮਝਣ ਵਾਲਾ ਹੋਵੇ ਨਾ, ਜਾਂ ਧਿਆਨ ਨਾਲ ਪੜ੍ਹਨ ਵਾਲਾ ਹੋਵੇ ਨਾ, ਜਾਂ ਇਹ ਗੁਰਬਾਣੀ ਕੋਈ ਸਮਝਾਉਣ ਵਾਲਾ ਮਹਾਤਮਾ ਹੋਵੇ ਨਾ, ਕੋਈ ਗੁਰਮੁਖ, ਤੇ ਗੁਰਬਾਣੀ ਸਾਡੇ ਨਾਲ ਗੱਲਾਂ ਕਰਦੀ ਹੈ, ਸਾਡੇ ਸਵਾਲਾਂ ਦਾ ਜਵਾਬ ਦਿੰਦੀ ਹੈ। ਜਿਹਨੂੰ ਪ੍ਰਾਪਤੀ ਨਹੀਂ ਹੋਈ ਉਹ ਉਹਦੇ ਕੋਲ ਗਿਆ, ਜਿਹਨੂੰ ਪ੍ਰਾਪਤੀ ਹੋਈ ਹੈ ਜਾ ਕੇ ਪੁੱਛਿਆ ਵੀ ਤੁਸੀਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਮੂੰਹ ਦੱਸ, ਮੈਨੂੰ ਵੀ ਦੱਸੋ ਉਹਦਾ ਰਾਹ, ਕਿਉਂਕਿ ਮੈਂ ਸਵਾਲੀ ਬਣ ਕੇ ਆਇਆ, ਪੁੱਛਣ ਵਾਲਾ ਬਣ ਕੇ ਆਇਆ। ਮੈਨੂੰ ਵੀ ਦੱਸੋ ਜਿਹੜੇ ਰਾਹ ਤੁਸੀਂ ਚੱਲੇ ਹੋ, ਮੈਨੂੰ ਵੀ ਉਹ ਰਾਹ ਪਾ ਦਿਓ, ਤਾਂ ਕਿ ਮੈਂ ਉਹ ਰਾਹ ਚੱਲਾਂ ਤੇ ਮੈਨੂੰ ਵੀ ਪ੍ਰਾਪਤੀ ਹੋ ਜਾਣਾ ਕਰੇ। ਲਾਲਨ ਤਾਂ ਪਾਇਆ ਆਪ ਗਵਾਇਆ। ਉਹ ਜਿਹੜੇ ਮਹਾਤਮਾ ਬੈਠੇ ਸਨ ਨਾ ਅੱਗੇ, ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ, ਉਹਨਾਂ ਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਵੀ ਰੱਬ ਨੂੰ ਪਾਉਣਾ। ਤੇ ਪਾਉਣ ਵਾਲੇ ਨੇ ਆਖਿਆ ਹਾਂ ਮੇਰੀ ਤਮੰਨਾ ਹੈ। ਕਹਿਣ ਲੱਗੇ ਫਿਰ ਇੱਕ ਕੰਮ ਜ਼ਰੂਰ ਕਰ, ਜੇ ਉਸ ਨੂੰ ਪਾਉਣਾ ਚਾਹੁੰਦਾ। ਤੇ ਪੁੱਛਿਆ, ਫਿਰ ਸਿੱਖ ਨੇ ਪੁੱਛਿਆ, ਜਗਿਆਸੂ ਨੇ ਪੁੱਛਿਆ ਵੀ ਉਹ ਕਿਹੜਾ ਕੰਮ ਕਰਾਂ। ਕਹਿਣ ਲੱਗੇ ਲਾਲਨ ਪਾਇਆ। ਜੇ ਉਸ ਲਾਲਨ ਪਿਆਰੇ ਨੂੰ ਪਾਉਣਾ ਚਾਹੁੰਦਾ ਹੈ, ਆਪ ਗਵਾਇਆ, ਆਪਾ ਭਾਵ ਗਵਾ, ਹੰਕਾਰ ਨੂੰ ਪਹਿਲਾਂ ਪਰੇ ਕਰਕੇ ਆ। ਰੱਬ ਦੇ ਵਿੱਚ ਤੇ ਬੰਦੇ ਦੇ ਵਿੱਚ ਸਿਰਫ ਹੰਕਾਰ ਦੀ ਕੰਧ ਖਲੋਤੀ ਹੋਈ ਹੈ। ਜਦੋਂ ਇਹ ਕੰਧ ਆਪਾਂ ਢਾਹ ਦਿੱਤੀ ਨਾ, ਦੂਜੇ ਬੰਨੇ ਪਰਮਾਤਮਾ ਹੀ ਹੈ। ਮਹਾਤਮਾ ਕਹਿਣ ਲੱਗੇ ਜਿੰਨਾ ਚਿਰ ਤੇਰੇ ਮਨ ਵਿੱਚ ਮਾਣ ਹੈ ਨਾ ਵੀ ਮੈਂ 84 ਲੱਖ ਜੂਨਾਂ ਤੋਂ ਉੱਤਮ ਹਾਂ, ਮੈਂ ਇੰਨਾ ਪੜ੍ਹਿਆ ਹੋਇਆ ਹਾਂ, ਮੇਰੀ ਜਾਤ ਇਹ ਹੈ, ਮੇਰੇ ਕੋਲ ਧਨ ਇੰਨਾ, ਮੈਨੂੰ ਅਕਲ ਇੰਨੀ ਹੈ, ਜਿੰਨਾ ਚਿਰ ਇਹ ਮਾਣ ਹੈ ਤੇਰੇ ਮਨ ਵਿੱਚ, ਜਿੰਨਾ ਮਰਜ਼ੀ ਜ਼ੋਰ ਲਾ ਲਾ, ਤੈਨੂੰ ਪ੍ਰਮਾਤਮਾ ਕੋਈ ਨਹੀਂ ਉਹ ਮਿਲਣਾ।
ਉਹ ਤੇ ਮਿਲੇਗਾ ਭੋਲੇ ਭਾਏ, ਮਿਲੈ ਰਘੁਰਾਇਆ। ਭੋਲਾ ਭਾਵ ਵੇਖ ਕੇ ਮਿਲਦਾ, ਸ਼ੈਤਾਨੀ ਚਲਾਕੀ ਵੇਖ ਕੇ ਨਹੀਂ ਉਹ ਮਿਲਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਲਾਲਨ ਪਾਇਆ, ਜੇ ਤੂੰ ਉਸ ਲਾਲ ਪਿਆਰੇ ਨੂੰ ਪਾਉਣਾ ਚਾਹੁੰਦਾ ਹੈ, ਆਪ ਗਵਾਇਆ ਪਹਿਲਾਂ ਹੰਕਾਰ ਦੂਰ ਕਰ। ਕਿਸੇ ਵੀ ਤਰ੍ਹਾਂ ਦਾ ਮਾਣ ਹੋ ਸਕਦਾ, ਕਿਸੇ ਵੀ ਤਰ੍ਹਾਂ ਦਾ ਹੰਕਾਰ ਹੋ ਸਕਦਾ, ਜਿੰਨਾ ਚਿਰ ਉਹ ਹੰਕਾਰ ਹੈ, ਇਹ ਗੁਰੂ ਦਾ ਬਚਨ ਹੈ, ਉਹਨਾਂ ਚਿਰ ਪ੍ਰਮਾਤਮਾ ਪ੍ਰਾਪਤ ਨਹੀਂ ਹੋਣਾ, ਨਹੀਂ ਕੋਈ ਕਰ ਸਕਦਾ। ਤੇ ਗੁਰਮੁਖੋ ਮਾਣ ਤੇ ਨਿੱਕੀ ਜੀ ਗੱਲ ਦਾ ਹੀ ਹੋ ਜਾਂਦਾ। ਕੱਪੜਾ ਲਿਆਉਣਾ, ਸਿਉਣਾ, ਬਣਾਉਣਾ ਤੇ ਵੱਖਰੀ ਗੱਲ ਹੈ, ਲਿਆਂਦਾ ਹੋਇਆ ਜੇ ਗਲ ਵਿੱਚ ਪਾ ਲਈਏ ਨਾ ਤੇ ਉਹਦਾ ਮਾਣ ਹੁੰਦਾ ਵੀ ਜਿਵੇਂ ਦਾ ਮੈਂ ਪਾ ਲਿਆ ਨਾ, ਜਿਵੇਂ ਦਾ ਮੈਨੂੰ ਪਾਉਣਾ ਆਉਂਦਾ, ਕਿਸੇ ਨੂੰ ਪਾਉਣਾ ਹੀ ਨਹੀਂ ਆਉਂਦਾ। ਜਿਵੇਂ ਦੀ ਪਸੰਦ ਮੇਰੀ ਹੈ, ਐਵੇਂ ਦੀ ਪਸੰਦ ਤੇ ਕਿਸੇ ਦੀ ਹੈ ਹੀ ਨਹੀਂ। ਇਹ ਵੀ ਆਪਣੇ ਆਪ ਨੂੰ ਵਡਿਆਈ ਦੇਣ ਵਾਲੀ ਗੱਲ ਹੈ ਨਾ, ਵੀ ਮੇਰੇ ਵਰਗਾ ਨਹੀਂ ਕਿਸੇ ਨੂੰ ਗਿਆਨ ਹੈਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿੰਨਾ ਚਿਰ ਹੰਕਾਰ ਚੱਕੀ ਬੈਠਾ ਪ੍ਰਮਾਤਮਾ ਮਿਲਣਾ ਨਹੀਂ ਹੈ। ਜੈ ਧਨ ਭਾਗ ਮਥਾਣਾ। ਇਹ ਪ੍ਰਮਾਤਮਾ ਉਹਨਾਂ ਨੂੰ ਮਿਲਿਆ ਜੈ ਜਿਨ੍ਹਾਂ ਦੇ ਧਨ ਕਹੀਏ ਜੀਵ ਰੂਪ ਇਸਤਰੀ, ਜਿਸ ਜੀਵ ਰੂਪ ਇਸਤਰੀ ਦੇ ਮੱਥੇ ਦੇ ਵੱਡੇ ਭਾਗ ਨੇ। ਭਾਗਾਂ ਬਿਨਾਂ ਪ੍ਰਮਾਤਮਾ ਨਹੀਂ ਜੇ ਮਿਲਦਾ। ਵੱਡ ਭਾਗੀ ਹਰ ਸੰਗਤ ਪਾਵੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਵੱਡਿਆਂ ਭਾਗਾਂ ਨਾਲ ਸੰਗਤ ਮਿਲਦੀ ਹੈ, ਸੰਗਤ ਵਿੱਚ ਪ੍ਰਮਾਤਮਾ ਬੈਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਰਮਾਂ ਤੋਂ ਬਿਨਾਂ ਤੇ ਦਾਣਾ ਨਹੀਂ ਮੂੰਹ ਵਿੱਚ ਜਾਂਦਾ, ਤੇ ਕਰਮਾਂ ਤੋਂ ਬਿਨਾਂ ਪ੍ਰਮਾਤਮਾ ਕਿਵੇਂ ਮਿਲੇ। ਜੈ ਧਨ ਭਾਗ ਮਥਾਣੇ, ਜਿਹਦੇ ਮੱਥੇ ਤੇ ਉਹਨੇ ਭਾਗ ਲਿਖੇ ਨੇ, ਇਹ ਪਾਵੇਗਾ ਪ੍ਰਮਾਤਮਾ, ਮਿਲਣਾ ਉਹਨੂੰ ਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਰਦੇ ਨੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਿਖਦੇ ਨੇ ਤੇਰੇ ਮੱਥੇ ਦੇ ਭਾਗ। ਇਹ ਆਪਾਂ ਮੱਥਾ ਟੇਕਦੇ ਨਾ, ਆ ਕੇ ਆਪਣਾ ਸੀਸ ਥੱਲੇ ਲਾਉਂਦੇ, ਆਪਣਾ ਮੱਥਾ ਥੱਲੇ ਲਾਉਂਦੇ। ਮੱਥਾ ਥੱਲੇ ਲਾਉਣ ਤੋਂ ਭਾਵ ਇਹੋ ਹੀ ਹੈ, ਮਹਾਰਾਜ ਮੇਰੇ ਕਰਮ ਲਿਖ ਦਿਓ ਮੱਥੇ ਦੇ ਉੱਪਰ, ਕਿ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਵਾਹ। ਇਹ ਅਸੀਂ ਤਾਂ ਨਮਸਕਾਰ ਕਰਦੇ ਹਾਂ। ਨਮਸਕਾਰ ਝੁੱਕੇ ਕਰਿਆ ਕਰੋ। ਨਮਸਕਾਰ ਤਾ ਕੋ ਲੱਖ ਬਾਰ, ਲੱਖਾਂ ਵਾਰੀ ਵੀ ਨਮਸਕਾਰ ਕਰੀਏ ਤੇ ਥੋੜ੍ਹੀ ਹੈ, ਸਾਨੂੰ ਤੇ ਇੱਕ ਵਾਰੀ ਕਰਨੀ ਬੜੀ ਔਖੀ ਲੱਗਦੀ ਹੈ। ਪਰ ਜਦੋਂ ਨਮਸਕਾਰ ਕਰਦਾ, ਗੁਰੂ ਤੇਰੇ ਮੱਥੇ ਦੇ ਵੱਡੇ ਭਾਗ ਲਿਖ ਦਿੰਦੇ ਹਨ। ਬਾਹਾਂ ਪਕੜ ਠਾਕਰ ਹੋ ਕਿੰਦੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਬਾਹਾਂ ਪਕੜ, ਬਾਂਹ ਤੋਂ ਫੜ ਕੇ, ਜਾਂ ਬੁੱਧੀ ਰੂਪੀ ਬਾਂਹ ਤੋਂ ਫੜ ਕੇ। ਜਿਹੜੀ ਸਾਡੀ ਅਕਲ ਹੈ ਨਾ, ਅਕਲ ਵੀ ਇੱਕ ਬਾਂਹ ਹੀ ਹੈ। ਸਾਡੀ ਜਿਹੜੀ ਬੁੱਧੀ ਹੈ, ਕਹਿਣ ਲੱਗੇ ਉਸ ਬੁੱਧੀ ਰੂਪ ਬਾਂਹ ਤੋਂ ਫੜ ਕੇ ਠਾਕਰ ਹੋ ਘਿੱਦੀ। ਘਿੱਦੀ ਤੋਂ ਭਾਵ ਹੈ ਖਿੱਚਣਾ। ਪਰਮਾਤਮਾ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ। ਜਦੋਂ ਖਿੱਚ ਲਿਆਗਾ ਸਾਨੂੰ ਆਪਣੇ ਵੱਲ, ਤੇ ਫਿਰ ਅਸੀਂ ਉਹਨੂੰ ਮਿਲ ਹੀ ਪਵਾਂਗੇ ਨਾ। ਮਿਲਿਆ ਉਦੋਂ ਜਾਣਾ ਜਦੋਂ ਉਹ ਆਪ ਖਿੱਚੇਗਾ, ਉਹਦੇ ਖਿੱਚੇ ਬਿਨਾਂ ਨਹੀਂ ਮਿਲ। ਜੇ ਤੂੰ ਕੋਈ ਆਖੇ ਨਾ ਬੰਦਾ ਵੀ ਮੈਂ ਬੜਾ ਸਿਆਣਾ, ਮੈਂ ਇਹੋ ਜਿਹਾ ਤਰੀਕਾ ਲੱਭਾਂਗਾ ਵੀ ਮੈਂ ਪਰਮਾਤਮਾ ਨੂੰ ਮਿਲਾਂਗਾ, ਨਹੀਂ, ਆਪਣੇ ਆਪ ਨਹੀਂ। ਬਾਹਾਂ ਪਕੜ ਠਾਕਰ ਹੋ ਘਿੱਦੀ। ਜਿਸ ਵੇਲੇ ਬੁੱਧੀ ਰੂਪ ਬਾਂਹ ਤੋਂ ਫੜ ਕੇ ਪਰਮਾਤਮਾ ਨੇ ਆਪਣੇ ਵੱਲ ਖਿੱਚਿਆ, ਕਹਿਣ ਲੱਗੇ ਫਿਰ ਉਸ ਵੇਲੇ ਗੁਣ ਅਵਗਣ ਨਾ ਪਛਾਣੈ। ਉਸ ਵੇਲੇ ਪਰਮਾਤਮਾ ਇਹ ਨਹੀਂ ਵੇਖਦਾ ਵੀ ਇਹਦੇ ਵਿੱਚ ਗੁਣ ਕਿੰਨੇ ਨੇ ਤੇ ਅਵਗੁਣ ਕਿੰਨੇ ਨੇ। ਜਦੋਂ ਨੇ ਆਪਣੇ ਨਾਲ ਮਿਲਾਉਣਾ ਨਾ, ਆਪਣੇ ਵੱਲ ਖਿੱਚਣਾ, ਫਿਰ ਉਹਨੇ ਇਹ ਨਹੀਂ ਵੇਖਣਾ ਵੀ ਤੇਰੇ ਵਿੱਚ ਗੁਣ ਕਿੰਨੇ ਨੇ। ਉਹਨੇ ਇਹ ਵੀ ਨਹੀਂ ਵੇਖਣਾ ਵੀ ਤੇਰੇ ਵਿੱਚ ਅਵਗੁਣ ਕਿੰਨੇ ਨੇ। ਫਿਰ ਤੇ ਉਹਨੇ ਖਿੱਚ ਕੇ ਮਿਲਾ ਹੀ ਲੈਣਾ ਜਦੋਂ ਉਹਨੂੰ ਭਾਗ ਹੈ ਨਾ ਚੰਗੇ ਲੱਗੇ। ਮਹਾਰਾਜ ਨੇ ਇੱਕ ਬਜਰ ਕਰੈਤ ਕਰਨ ਦੀ ਮਨਾਹੀ ਕੀਤੀ ਹੈ। ਇੱਕ ਵੀ ਕਰੇਗਾ ਤੇ ਟੁੱਟ ਜਾਏਗਾ। ਤੇ ਗੁਰਮੁਖੋ ਜਿਹੜੀ ਗਣਖਾ ਵੇਸਵਾ ਨਾ, ਗਣਕਾ ਵੇਸਵਾ ਰੋਜ਼ ਵੇਸਵਾ ਪੁਣਾ ਕਰਦੀ, ਆਪਣਾ ਤਨ ਰੋਜ਼ ਵੇਚਦੀ ਹੈ। ਪਰ ਜਦੋਂ ਮਿਲਣ ਤੇ ਆਉਂਦਾ ਨਾ ਪਰਮਾਤਮਾ, ਫਿਰ ਇਹ ਨਹੀਂ ਵੇਖਦਾ ਵੀ ਇਹ ਵੇਸਵਾ ਹੈ ਕਿ ਇਹ ਕੌਣ ਹੈ। ਜਦੋਂ ਮਾਫ ਕਰਨ ਤੇ ਆਉਂਦਾ, ਫਿਰ ਸਾਰੇ ਹੀ ਲੇਖਾ ਕਤਹਿ ਨ ਛੂਟੀਆ, ਖਿਣ ਖਿਣ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਦੋਂ ਬਖਸ਼ਣ ਤੇ ਆ ਗਿਆ, ਫਿਰ ਇਹਨੇ ਅਵਗਣ ਕੋਈ ਨਹੀਂ ਵੇਖਣ।
ਫਿਰ ਨਾ ਉਹਨੇ ਗਿਣਤੀ ਵੇਖਣੀ ਹੈ, ਸਾਰੇ ਹੀ ਮਾਫ ਕਰ ਦੇਣ। ਪਰ ਇਹ ਮਾਫ ਉਦੋਂ ਹੋਣਗੇ ਜਦੋਂ ਬਾਹੋਂ ਫੜ ਕੇ ਆਪਣੇ ਵੱਲੋਂ ਖਿੱਚੇਗਾ, ਤੇ ਜਿੰਨਾ ਚਿਰ ਉਹ ਖਿੱਚਦਾ ਨਹੀਂ ਨਾ ਉਹਨਾਂ ਚਿਰ ਪ੍ਰਾਪਤੀ ਕੋਈ ਨਹੀਂ ਹੋਣੀ ਹੈ। ਗੁਣ ਹਾਰ ਤਾਂ ਪਾਇਆ ਰੰਗ ਲਾਲ ਬਣਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਗੁਰਮੁਖ ਨੇ ਗੁਣਾਂ ਦਾ ਹਾਰ ਬਣਾ ਕੇ ਪਹਿਨਿਆ ਹੈ, ਸ਼ੁਭ ਗੁਣਾਂ ਦਾ ਹਾਰ ਜਿਸ ਨੇ ਪਹਿਨਿਆ ਹੈ, ਸ਼ੁਭ ਗੁਣਾਂ ਦੀ ਪ੍ਰਾਪਤੀ ਜਿਸ ਨੂੰ ਹੋਈ ਹੈ, ਰੰਗ ਲਾਲ ਬਣਾਇਆ, ਉਸਨੇ ਕੀ ਕੀਤਾ ਹੈ? ਕਹਿ ਲਈਏ ਵੀ ਲਾਲ ਪਿਆਰੇ ਦੇ ਰੰਗ ਕਹੀਏ, ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਉਸਨੇ ਜੋੜ ਲਿਆ ਹੈ। ਤਿਸ ਹੱਬੋ ਕਿਛ ਸੁਹੰਦਾ। ਉਹਨੂੰ ਤੇ ਫਿਰ ਗੁਰਮੁਖੋ ਸਾਰਾ ਕੁਝ ਹੀ ਸ਼ੋਭਦਾ। ਜਿਹੜਾ ਪ੍ਰਮਾਤਮਾ ਨੂੰ ਭਾ ਗਿਆ ਨਾ, ਜਾਂ ਆਪਾਂ ਦੁਨੀਆ ਦੀ ਉਦਾਹਰਨ ਲੈ ਲਈਏ ਵੀ ਜਿਹੜੀ ਔਰਤ ਆਪਣੇ ਪਤੀ ਨੂੰ ਚੰਗੀ ਲੱਗੇ, ਉਹ ਫਿਰ ਜਿਹੜਾ ਮਰਜ਼ੀ ਸ਼ਿੰਗਾਰ ਕਰ ਲਵੇ, ਜਿਹੜਾ ਮਰਜ਼ੀ ਗਹਿਣਾ ਪਾ ਲਵੇ, ਕੱਪੜਾ ਪਾ ਲਵੇ, ਉਹਨੂੰ ਸਭ ਕੁਝ ਹੀ ਚੰਗਾ। ਇਸੇ ਤਰ੍ਹਾਂ ਪ੍ਰਮਾਤਮਾ ਆਪਣਾ ਸਾਰਿਆਂ ਦਾ ਪਤੀ ਹੈ, ਆਪਾਂ ਸਾਰੇ ਪ੍ਰਮਾਤਮਾ ਦੀਆਂ ਇਸਤਰੀਆਂ ਆ। ਤੇ ਜਦੋਂ ਅਸੀਂ ਉਹਨੂੰ ਚੰਗੇ ਲੱਗ ਗਏ ਨਾ, ਫਿਰ ਸਾਡਾ ਕਰਮ ਕਿਸ ਤਰ੍ਹਾਂ ਦਾ ਵੀ ਹੈ, ਸਾਡੀ ਕਮਾਈ ਕਿਸ ਤਰ੍ਹਾਂ ਦੀ ਹੈ, ਸਾਡਾ ਪਹਿਨਾ ਪਹਿਰਾਨ ਕਿਸ ਤਰ੍ਹਾਂ ਦਾ ਹੈ, ਸਭ ਕੁਝ ਉਹਨੂੰ ਚੰਗਾ ਲੱਗੇਗਾ। ਮਹਾਰਾਜ ਕਹਿਣ ਲੱਗੇ, ਤੇ ਸਹਬੋ ਕੇਸ਼ ਸੁਹੰਦਾ, ਉਸਨੂੰ ਸਭ ਕੁਝ ਹੀ ਸ਼ੋਭਦਾ ਹੈ, ਚੰਗਾ ਲੱਗਦਾ ਹੈ, ਜੋ ਪਰਮਾਤਮਾ ਨੂੰ ਭਾ ਜਾਂਦਾ ਹੈ। ਜਨ ਨਾਨਕ ਧਨ ਸੁਹਾਗਣ ਸਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਜੀਵ ਰੂਪ ਇਸਤਰੀ ਧਨ ਹੈ, ਧਨ ਹੈ, ਧਨ ਹੈ। ਬਚਨ ਪੜ੍ਹਦੇ ਆ ਨਾ, ਧਨ 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 ਜਾਗਿਆ ਆ, ਉਹ ਦੁਨੀਆ ਤੇ ਆਇਆ, ਧਨਤਾ ਜੋਗ ਹੈ, ਧਨਤਾ ਜੋਗ ਹੈ। ਧਨ ਭਾਗ ਉਹਦੇ, ਧਨ ਭਾਗ ਉਹਦੇ ਮਾਤ ਪਿਤਾ ਦੇ, ਜਿਹੜਾ ਦੁਨੀਆ ਤੇ ਆਇਆ, ਆ ਕੇ ਪਰਮਾਤਮਾ ਦੀ ਪ੍ਰਾਪਤੀ ਵਾਲਾ ਬਣਿਆ। ਤਿੰਨ ਧਨ ਜਿਨੇਂਦੀ ਮਾਓ ਆਏ ਸਫਲ ਸੇ, ਉਹਦੀ ਮਾਂ ਧਨ ਹੈ, ਉਹਦਾ ਬਾਪ ਧਨ ਹੈ, ਉਹ ਸਫਲੇ ਦੁਨੀਆ ਤੇ ਆਏ। ਜਾਂ ਨਾਨਕ ਧਨ ਸੁਹਾਗਣ ਸਾਈ। ਮਹਾਰਾਜ ਕਹਿਣ ਲੱਗੇ, ਉਹ ਜੀਵ ਰੂਪ ਇਸਤਰੀ ਦੁਨੀਆ ਤੇ ਆਈ ਹੋਈ ਸਫਲੀ ਹੈ, ਉਹਦੇ ਧਨ ਭਾਗ ਹਨ। ਜਿਸ ਸੰਗ ਪਤਾਰ ਵਸੰਦਾ। ਕਹੀਏ ਪਤੀ, ਪਤੀ ਪਰਮਾਤਮਾ ਜਿਸ ਦੇ ਅੰਗ ਸੰਗ ਵਸਦਾ ਹੈ। ਯਾਰ ਵੇ ਨਿਤ ਸੁਖ ਸਹਿੰਦੀ ਸਾਵੈ ਪਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਯਾਰ ਵੇ ਹੇ ਸੰਤ ਜਨੋ, ਨਿਤ ਸੁਖ ਸੁਖੇ ਦੀ। ਮੈਂ ਨਿਤਾ ਪ੍ਰਤੀ ਰੋਜ਼ ਸੁਖਨਾ ਨੂੰ ਸੁਖ ਦੀ ਸੀ। ਕਈ ਵਾਰੀ ਨਾ ਗੁਰਬਾਣੀ ਦੇ ਸ਼ਬਦ ਮਹਿੰਗੇ ਆ ਜਾਂਦੇ, ਮਹਿੰਗੇ ਤੋਂ ਭਾਵ ਪੜ੍ਹਨ ਵੇ ਜਿਹੜੇ ਕਠਨ ਲੱਗਣ। ਅਸੀਂ ਕੀ ਕਰਦੇ ਹਾਂ, ਉਸ ਨੂੰ ਇੱਧਰ ਉੱਧਰ ਟਾਲਾ ਮਟੋਲਾ ਕਰਕੇ ਅੱਗੇ ਲੰਘ ਜਾਈਦਾ। ਨਹੀਂ, ਉਸ ਗੁਰਬਾਣੀ ਦੇ ਸ਼ਬਦ ਉੱਪਰ ਥੋੜ੍ਹੀ ਜਿਹੀ ਮਿਹਨਤ ਕਰੋ, ਆਪਣੇ ਆਪ ਤੇਰੇ ਕੋਲੋਂ ਸਹੀ ਬੋਲਿਆ ਜਾਏਗਾ, ਫਿਰ ਉਹ ਸਹੀ ਜ਼ੁਬਾਨ 'ਤੇ ਚੜ੍ਹ ਜਾਏਗਾ। ਬਾਣੀ ਮਹਿੰਗੀ ਨੂੰ ਵੇਖ ਕੇ ਅਸੀਂ ਗੁਣ ਗਣਾ ਕੇ ਅੱਗੇ ਲੰਘ ਜਾਂਦੇ, ਪਰ ਐਸਾ ਨਹੀਂ ਹੈ। ਗੁਰਬਾਣੀ ਨੂੰ ਸਮਝੇਗਾ, ਸ਼ਬਦ ਨੂੰ ਸਮਝੇਗਾ, ਭਾਵ ਨੂੰ, ਤੇ ਤਾਂ ਪਤਾ ਲੱਗੇਗਾ, ਛੱਡਿਆ ਗੱਲ ਨਹੀਂ ਬਣਨੀ। ਯਾਰ ਵੇ ਨਿਤ ਸੁਖ ਸੁਖੇ ਦੀ। ਐ ਸੰਤ ਜਨੋ, ਮੈਂ ਰੋਜ਼ ਸੁਖਨਾ ਸੁਖ ਦੀ ਸੀ, ਰੋਜ਼ ਬੇਨਤੀਆਂ ਕਰਦੀ, ਰੋਜ਼ ਪ੍ਰਾਰਥਨਾ ਕਰਦੀ ਹਾਂ। ਸਾ ਮੈਂ ਪਾਈ। ਉਹ ਸੁਖਨਾ ਅੱਜ ਮੇਰੀ ਪੂਰੀ ਹੋ ਗਈ ਹੈ। ਕਿਹੜੀ ਸੁਖਨਾ? ਮੈਂ ਇਹ ਸੁਖਿਆ ਸੀ ਵੀ ਪਰਮਾਤਮਾ ਮੈਨੂੰ ਮਿਲੇ। ਗੁਰਮੁਖੋ ਸੁਖਨਾ ਸੁਖਨੀ ਮਾੜੀ ਨਹੀਂ ਹੈ, ਪਰ ਸੁਖਨਾ ਹੋਵੇ ਚੰਗੀ। ਇਹ ਨਾ ਤੇਰੀ ਸੁਖਨਾ ਹੋਵੇ ਵੀ ਫਲਾਣੇ ਦਾ ਕੰਮ ਵਿਗੜ ਜਾਵੇ ਤੇ ਮੈਂ 5 ਮੱਸਿਆ ਨਹਾ ਕੇ ਆਵਾਂਗਾ। ਇਹ ਸੁਖਨਾ ਨਹੀਂ ਹੋਣੀ ਚਾਹੀਦੀ ਵੀ ਦੂਜੇ ਦਾ ਨੁਕਸਾਨ ਹੋ ਜਾਵੇ। ਸੁਖਨਾ ਉਹ ਸੁਖ ਜਿਹਦੇ ਵਿੱਚ ਤੇਰਾ ਵੀ ਭਲਾ ਹੋਵੇ ਤੇ ਦੂਜੇ ਦਾ ਵੀ ਭਲਾ ਹੋਵੇ, ਉਹ ਸੁਖਨਾ ਸੁਖਨੀ ਮਾੜੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੀਆਂ ਮੈਂ ਸੁੱਖਾਂ ਸੁਖੀਆਂ ਸਨ ਵੀ ਪਰਮਾਤਮਾ ਮਿਲੇ, ਅੱਜ ਉਹ ਪਰਮਾਤਮਾ ਮਿਲ ਗਿਆ, ਮੇਰੀ ਸੁਖਨਾ ਪੂਰੀ ਹੋਈ ਹੈ। ਵਰ ਲੋੜੀਂਦਾ ਆਇਆ ਵੱਜੀ ਵਧਾਈ। ਉਹ ਜਿਹੜਾ ਵਰ ਹੈ ਨਾ, ਪਤੀ ਪਰਮਾਤਮਾ, ਜਿਹਨੂੰ ਮੈਂ ਲੋੜੀਂਦਾ ਲੋੜਦੀ ਸੀ, ਚਾਹੁੰਦੀ ਸੀ ਵੀ ਉਹ ਪਤੀ ਮੈਨੂੰ ਮਿਲੇ, ਉਹ ਆਇਆ, ਉਹ ਮੈਨੂੰ ਅੱਜ ਪ੍ਰਾਪਤ ਹੋ ਗਿਆ, ਉਹ ਮੈਨੂੰ ਮਿਲ ਪਿਆ ਹੈ ਜਿਹਨੂੰ ਮੈਂ ਚਾਹੁੰਦੀ ਸਾਂ। ਤੇ ਵੱਜੀ ਵਧਾਈ, ਹਿਰਦੇ ਰੂਪੀ ਘਰ ਦੇ ਵਿੱਚ ਬੜੀਆਂ ਵਧਾਈਆਂ ਹੋ ਰਹੀਆਂ।
ਵਧਾਈਆਂ ਕਹਿ ਰਹੀਏ, ਖੁਸ਼ੀਆਂ ਹੋ ਰਹੀਆਂ ਵੀ ਜਿਹਨੂੰ ਚਾਹੁੰਦੇ ਸਾਂ ਪਰਮਾਤਮਾ ਮਿਲ ਗਿਆ ਹੈ। ਮਹਾ ਮੰਗਲ ਰੈਸ ਥੀਆ ਪਿਰ ਦਿਆਲ ਸਦ ਨਵ ਰੰਗੀਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਹਾ ਮੰਗਲ, ਬੇਅੰਤ ਉਤਸ਼ਾਹ ਹੋ ਗਿਆ। ਰਹੱਸ ਥੀਆ, ਰਹੱਸ ਤੋਂ ਭਾਵ ਆਨੰਦ ਹੀ ਆਨੰਦ ਬਣ ਗਿਆ। ਉਤਸ਼ਾਹ ਤੋਂ ਵੱਡਾ ਉਤਸ਼ਾਹ ਬਣ ਗਿਆ, ਆਨੰਦ ਤੋਂ ਵੱਡਾ ਆਨੰਦ ਬਣ ਗਿਆ। ਮਹਾ ਮੰਗਲ ਰਹੱਸ ਥੀਆ, ਐਸਾ ਕਹਿ ਲਈਏ ਆਨੰਦ ਬਣਿਆ ਹੈ। ਫਿਰ ਦਿਆਲ ਸਦ ਨਵ ਰੰਗੀਆ, ਉਹ ਜਿਹੜਾ ਦਿਆਲੂ ਪ੍ਰਮਾਤਮਾ ਸਦਾ ਵਾਸਤੇ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਸਾਹਿਬ ਪਰਮਾਤਮਾ ਰੋਜ਼ ਹੀ ਨਵਾਂ ਹੈ। ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਨਾ, ਇੱਕ ਵਾਰੀ ਪਾਠ ਕੀਤਾ ਉਹਦਾ ਆਨੰਦ ਹੋਰ ਹੈ, ਦੂਜੀ ਵਾਰੀ ਪਾਠ ਕੀਤਾ ਉਹਦਾ ਆਨੰਦ ਹੋਰ ਹੈ, ਤੀਜੀ ਵਾਰੀ ਪਾਠ ਕੀਤਾ ਉਹਦਾ ਆਨੰਦ ਹੋਰ ਹੈ, ਕਿਉਂਕਿ ਉਹ ਪਰਮਾਤਮਾ ਨਿਤ ਨਵਾਂ ਹੈ। ਉਹਦਾ ਨਾਮ ਵੀ ਨਿਤ ਨਵਾਂ, ਜਿਹੜਾ ਜਪੇਗਾ ਜਿਹੜਾ ਪੜ੍ਹੇਗਾ ਉਹਦਾ ਭਲਾ ਹੋ ਜਾਂਦਾ ਹੈ। ਵੱਡ ਭਾਗ ਪਾਇਆ ਗੁਰ ਮਿਲਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਦੇ ਸ੍ਰੇਸ਼ਟ ਭਾਗ ਚੰਗੇ ਕਰਮ ਹਨ, ਗੁਰ ਮਿਲਾਇਆ ਸਾਧ ਕੇ ਸਤ ਸੰਗੀਆ। ਸਾਧ ਸੰਗਤ ਵਿੱਚ ਆ ਕੇ ਮਿਲੇ ਨੇ, ਗੁਰੂ ਉਹਨਾਂ ਨੂੰ ਪ੍ਰਾਪਤ ਹੋਇਆ। ਗੁਰਮੁਖੋ ਅੱਜ ਨਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਅੱਜ ਉਹਨਾਂ ਦਾ ਜੋਤੀ ਜੋਤ ਗਮਨ ਹੈ, ਸੱਚਖੰਡ ਸਾਹਿਬ ਨੂੰ ਜਾਣ ਦਾ ਦਿਨ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਨਾ ਆਪਣੀ ਜ਼ਿੰਦਗੀ ਵਿੱਚ 4 ਜੰਗ ਲੜੇ। ਜਦੋਂ ਜਨਮ ਲਿਆ ਨਾ ਮਹਾਰਾਜ ਨੇ, ਸ਼ਰੀਕੇ ਵਾਲੇ ਜਾਂ ਦੂਜੇ ਤੀਜੇ ਲੋਕ ਕੋਈ ਸੱਪ ਲੈ ਕੇ ਆ ਗਿਆ ਵੀ ਸੱਪ ਲੜ ਜਾਵੇ। ਕਿਸੇ ਨੇ ਬ੍ਰਾਹਮਣ ਲੈ ਆਂਦਾ, ਬ੍ਰਾਹਮਣ ਨੂੰ ਆਖਿਆ ਵੀ ਦਹੀਂ ਵਿੱਚ ਜ਼ਹਿਰ ਪਾ ਕੇ ਇਹਨਾਂ ਨੂੰ ਦੇ ਕੇ ਮਾਰ ਦੇ। ਕਿਸੇ ਨੇ ਦਾਈ ਲੈ ਆਂਦੀ ਦੁੱਧ ਪਿਆਉਣ ਵਾਲੀ, ਵੀ ਤੂੰ ਜ਼ਹਿਰ ਆਪਣੇ ਸਰੀਰ ਨੂੰ ਲਾ ਕੇ ਤੇ ਇਸ ਬੱਚੇ ਨੂੰ ਦੁੱਧ ਪਿਲਾ ਤੇ ਇਹਨੂੰ ਮਾਰ ਦੇ। ਯਤਨ ਬੜੇ ਕੀਤੇ ਗਏ ਬਚਪਨ ਦੇ ਵਿੱਚ ਹੀ। ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਵਾਲੇ, ਕਿਸੇ ਦੀ ਕੋਈ ਸਕੀਮ ਪੂਰੀ ਨਹੀਂ ਹੋਈ। ਸਤਿਗੁਰੂ ਜਵਾਨ ਹੋਏ, ਬੀਰੀ ਪੀਰੀ ਦੀਆਂ 2 ਤੇਗਾਂ ਮਹਾਰਾਜ ਨੇ ਪਹਿਨੀਆਂ ਤੇ 4 ਜੰਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲ ਸਲਤਨਤ ਦੇ ਨਾਲ ਕੀਤੇ। ਗੁਰੂਆਂ ਦੇ ਵਿੱਚੋਂ ਇਹ ਪਹਿਲੇ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੇ 4 ਜੰਗ ਆਪ ਲੜੇ, ਔਰ ਲੜੇ ਵੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਤਾਕਤ ਦੇ ਨਾਲ। ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਨਾ, ਮੁਗਲਿਆ ਸਲਤਨਤ, ਉਹਦੇ ਨਾਲ ਲੜੇ। ਪਹਿਲਾ ਜੰਗ ਅੰਮ੍ਰਿਤਸਰ ਵਿੱਚ ਹੀ ਹੋਇਆ, 7,500 ਦੀ ਫੌਜ ਦੇ ਨਾਲ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰਾ, 15,000 ਦੀ ਫੌਜ ਦੇ ਨਾਲ। ਤੇ ਤੀਜਾ ਜੰਗ ਮਹਾਰਾਜ ਜੀਆਂ ਨੇ ਬਠਿੰਡੇ ਦੇ ਨੇੜੇ ਮਹਾਰਾਜ ਨਗਰ 35,000 ਦੀ ਫੌਜ ਦੇ ਨਾਲ ਲੜਿਆ। ਤੇ ਚੌਥਾ ਜੰਗ ਮਹਾਰਾਜ ਨੇ 75,000 ਦੀ ਫੌਜ ਦੇ ਨਾਲ ਸ੍ਰੀ ਕਰਤਾਰਪੁਰ ਜਲੰਧਰ ਦੇ ਨੇੜੇ ਇੱਥੇ ਲੜਿਆ। ਆਪਣੇ ਤੋਂ 10 ਗੁਣਾ 15 ਗੁਣਾ 20 ਗੁਣਾ ਵੱਧ ਫੌਜ ਦੇ ਨਾਲ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਜੰਗ ਵਿੱਚ ਤੋਰ ਕੇ, ਆਪ ਵੀ ਜੰਗ ਵਿੱਚ ਜਾ ਕੇ ਦੁਸ਼ਮਣ ਦੇ ਦੰਦ ਖੱਟੇ ਕੀਤੇ। ਮੁਗਲਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਘਰ ਨੂੰ ਜਿੱਤਿਆ ਨਹੀਂ ਜਾ ਸਕਦਾ, ਪਿੱਛੇ ਹਟ ਗਏ। ਚੌਥਾ ਜੰਗ ਕਰਨ ਤੋਂ ਬਾਅਦ ਵਿੱਚ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ। ਮਹਾਰਾਜ ਜੀਆਂ ਦੇ 5 ਪੁੱਤਰ ਸਨ, 6ਵੀਂ ਧੀ ਹੈ। 5 ਪੁੱਤਰਾਂ ਵਿੱਚੋਂ 2 ਪੁੱਤਰ ਪਹਿਲਾਂ ਹੀ ਸੱਚਖੰਡ ਚਲੇ ਗਏ ਸਨ। ਇੱਕ ਤੇ ਬਾਬਾ ਅਟਲ ਰਾਏ ਜੀ, ਜਿਨ੍ਹਾਂ ਨੇ ਇੱਕ ਬੱਚੇ ਮਰੇ ਹੋਏ ਨੂੰ ਜਿਉਂਦਾ ਕਰ ਦਿੱਤਾ ਸੀ। ਮਹਾਰਾਜ ਨੇ ਆਖਿਆ ਪੁੱਤਰ ਇਹ ਠੀਕ ਨਹੀਂ ਕੀਤਾ, ਪਰਮਾਤਮਾ ਦੇ ਭਾਣੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ। ਜਾਂ ਤਾਂ ਫਿਰ ਹੁਣ ਤੁਸੀਂ ਚਲੇ ਜਾਓ, ਜਿਹੜਾ ਬੱਚਾ ਜਿਉਂਦਾ ਕੀਤਾ, ਜਾਂ ਫਿਰ ਅਸੀਂ ਜਾਵਾਂਗੇ। ਬਾਬਾ ਅਟਲ ਰਾਏ ਨੇ ਮੱਥਾ ਟੇਕਿਆ ਤੋਂ ਆਪ ਹੀ ਸਰੀਰ ਛੱਡ ਕੇ ਚਲੇ ਗਏ। ਦੂਜੇ ਪੁੱਤਰ ਮਹਾਰਾਜ ਦੇ ਬਾਬਾ ਗੁਰਦਿੱਤਾ ਜੀ ਸਨ। ਇਹਨਾਂ ਨੇ ਵੀ ਇੱਕ ਮਰੀ ਹੋਈ ਗਾਂ ਜਿਉਂਦੀ ਕਰ ਦਿੱਤੀ ਸੀ ਕਿਸੇ ਦੀ। ਜਦੋਂ ਸਤਿਗੁਰਾਂ ਨੂੰ ਪਤਾ ਲੱਗਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹ ਬਚਨ ਵੱਡੇ ਪੁੱਤਰ ਨਾਲ ਕੀਤਾ। ਕਹਿਣ ਲੱਗੇ ਪੁੱਤਰ
ਅੱਜ ਤੁਸੀਂ ਗਾਂ ਜਿਉਂਦੀ ਕੀਤੀ ਹੈ, ਕੱਲ੍ਹ ਨੂੰ ਕਿਸੇ ਦਾ ਪੁੱਤ ਮਰੇਗਾ, ਕਿਸੇ ਰਾਜੇ ਦਾ ਕੋਈ ਰਿਸ਼ਤੇਦਾਰ ਮਰੇਗਾ, ਉਹ ਰਾਜਾ ਤੇ ਸਾਡੇ ਦਰ 'ਤੇ ਬਹਿ ਜਾਏਗਾ ਆ ਕੇ ਵੀ ਮਹਾਰਾਜ ਮੇਰਾ ਫਲਾਣਾ ਰਿਸ਼ਤੇਦਾਰ ਠੀਕ ਕਰੋ। ਜੇ ਕਿਸੇ ਦਾ ਬੱਚਾ ਪੂਰਾ ਹੋ ਗਿਆ ਤਾਂ ਉਹ ਵੀ ਆਵੇਗਾ ਵੀ ਮਹਾਰਾਜ ਠੀਕ ਕਰੋ। ਇਹ ਤਾਂ ਪਿਰਤ ਪੈ ਜਾਏਗੀ, ਲੋਕ ਮਰਿਆਂ ਨੂੰ ਜਿਉਂਦਾ ਕਰਨ ਵਾਸਤੇ ਤੁਰ ਪੈਣਗੇ। ਗੁਰੂ ਘਰ ਦਾ ਸਿਧਾਂਤ ਇਹ ਨਹੀਂ ਹੈ। ਇਸ ਕਰਕੇ ਸਰੀਰ ਛੱਡਣਾ ਪੈਣਾ, ਜਾਂ ਤੁਸੀਂ ਜਾਓ ਜਾਂ ਅਸੀਂ ਚੱਲਦੇ। ਬਾਬਾ ਗੁਰਦਿੱਤਾ ਜੀ ਉਸ ਵੇਲੇ ਸਰੀਰ ਛੱਡ ਗਿਆ। 2 ਪੁੱਤਰ ਮਹਾਰਾਜ ਦੇ ਹੁੰਦਿਆਂ ਹੀ ਸਰੀਰ ਛੱਡ ਗਏ ਸਨ। 3 ਪੁੱਤਰ ਮਹਾਰਾਜ ਦੇ ਕੋਲ ਨੇ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਔਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਜਿਹੜੀ ਗੁਰਤਾ ਗੱਦੀ ਹੈ ਉਹ ਆਪਣੇ ਪੋਤਰੇ ਗੁਰੂ ਹਰ ਰਾਏ ਪਾਤਸ਼ਾਹ ਜੀਆਂ ਨੂੰ ਬਖਸ਼ਿਸ਼ ਕੀਤੀ। ਇੱਕ ਦਿਨ ਬਚਨ ਕੀਤਾ ਮਹਾਰਾਜ ਨੇ, 9 ਲੱਖਾ ਬਾਗ ਲਵਾਇਆ ਪਾਤਸ਼ਾਹ ਨੇ, ਬੜਾ ਹੀ ਸੋਹਣਾ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਤੇ ਮਹਾਰਾਜ ਉਸ ਬਾਗ ਵਿੱਚ ਟਹਿਲਣ ਜਾਇਆ ਕਰਦੇ ਸਨ, ਸੈਰ ਕਰਨ ਵਾਸਤੇ। ਇੱਕ ਦਿਨ ਮਹਾਰਾਜ ਬਾਗ ਵਿੱਚ ਗਏ ਤੇ ਜਿਹੜਾ ਰਸਤਾ ਬਿਜਲੀ ਬਣਾਇਆ ਹੋਇਆ ਲੰਘਣ ਵਾਸਤੇ, ਉਹ ਰਸਤੇ ਦੇ ਨਾਲ ਹੀ ਇੱਕ ਬੜਾ ਸੋਹਣਾ ਬਗੀਚਾ ਹੈ, ਉਹਨੂੰ ਬੜਾ ਹੀ ਸੋਹਣਾ ਫੁੱਲ ਲੱਗਾ ਤੇ ਖਿੜਿਆ ਹੋਇਆ। ਮਹਾਰਾਜ ਕੋਲ ਦੀ ਲੰਘ ਕੇ ਗਏ ਤੇ ਸਿੱਖਾਂ ਨਾਲ ਦਿਆਂ ਨੂੰ ਕਹਿਣ ਲੱਗ ਪਏ, ਕਹਿਣ ਲੱਗੇ ਵੇਖੋ ਕਿੰਨਾ ਸੋਹਣਾ ਫੁੱਲ ਹੈ, ਕਿੰਨੀ ਸੁਗੰਧੀ ਦਿੰਦਾ ਪਿਆ। ਉਸ ਫੁੱਲ ਦੀ ਤਾਰੀਫ ਕੀਤੀ ਤੇ ਮਹਾਰਾਜ ਅੱਗੇ ਚਲੇ ਗਏ। ਇੰਨੇ ਚਿਰ ਨੂੰ ਗੁਰੂ ਹਰ ਰਾਏ ਪਾਤਸ਼ਾਹ ਜੇ ਬੱਚੇ ਸਨ, ਛੋਟੇ ਸਨ, ਉਹਨਾਂ ਨੂੰ ਪਤਾ ਲੱਗਾ ਵੀ ਦਾਦਾ ਜੀ, ਹੁਣ ਦਾਦੇ ਪੋਤਰੇ ਦਾ ਪਿਆਰ ਹੁੰਦਾ ਨਾ, ਬਾਪ ਦੇ ਨਾਲੋਂ ਦਾਦੇ ਨਾਲ ਜ਼ਿਆਦਾ ਪਿਆਰ ਹੁੰਦਾ ਬੱਚੇ ਦਾ। ਬਾਪ ਤੇ ਕਦੇ ਝਿੜਕ ਵੀ ਦਿੰਦਾ, ਕਦੇ ਮਾਰ ਵੀ ਦਿੰਦਾ, ਦਾਦਾ ਲਾਡ ਹੀ ਕਰਦਾ, ਪਿਆਰ ਹੀ ਕਰਦਾ, ਝੁਕਾਅ ਉਧਰ ਨੂੰ ਜ਼ਿਆਦਾ ਹੁੰਦਾ। ਕਹਿਣ ਲੱਗੇ ਜਦੋਂ ਗੁਰੂ ਹਰ ਰਾਏ ਪਾਤਸ਼ਾਹ ਨੂੰ ਪਤਾ ਲੱਗਾ ਵੀ ਮੇਰੇ ਦਾਦਾ ਸਤਿਗੁਰੂ ਇੱਧਰ ਗਏ ਨੇ ਬਾਗ ਦੇ ਵਿੱਚ, ਉਹ ਵੀ ਦੌੜ ਕੇ ਆਏ। ਚੋਲਾ ਖੁੱਲ੍ਹਾ ਪਾਇਆ ਸੀ, ਚੋਲੇ ਦਾ ਇੱਕ ਪਾਸਾ ਲੱਗਾ ਫੁੱਲ ਦੇ ਨਾਲ ਤੇ ਫੁੱਲ ਟੁੱਟ ਗਿਆ। ਜਿਹੜਾ ਮਹਾਰਾਜ ਪਹਿਲਾਂ ਕਹਿੰਦੇ ਸਾਨੂੰ ਵੀ ਬੜਾ ਸੋਹਣਾ ਖਿੜਿਆ, ਉਹ ਫੁੱਲ ਟੁੱਟ ਗਿਆ। ਤੇ ਗੁਰੂ ਹਰ ਰਾਏ ਪਾਤਸ਼ਾਹ ਜੀ ਆਪਣੇ ਦਾਦਾ ਸਤਿਗੁਰੂ ਕੋਲ ਚਲੇ ਗਏ, ਮਿਲੇ, ਬਚਨ ਬਿਲਾਸ ਕੀਤੇ। ਜਦੋਂ ਸਤਿਗੁਰੂ ਵਾਪਸ ਆਏ ਨਾ ਤਾਂ ਫੁੱਲ ਟੁੱਟਿਆ ਹੋਇਆ ਵੇਖਿਆ। ਤੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਉਹ ਫੁੱਲ ਕਿਹਨੇ ਤੋੜਿਆ? ਇਹ ਕਿੰਨਾ ਸੋਹਣਾ ਖਿੜਿਆ ਸੀ, ਕਿੰਨੀ ਇਹਨੇ ਖੁਸ਼ਬੂ ਦੇਣੀ ਸੀ, ਤੋੜ ਕੇ ਇਹਦਾ ਨਾਸ਼ ਕਰ ਦਿੱਤਾ, ਇਹ ਕਿਹਨੇ ਕੀਤਾ? ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਪੋਤਰੇ ਦੌੜ ਕੇ ਗਏ ਇੱਥੋਂ, ਇਹਨਾਂ ਦਾ ਚੋਲਾ ਖੁੱਲ੍ਹਾ ਪਾਇਆ, ਉਹਦੀ ਇੱਕ ਕੰਨੀ ਲੱਗਣ ਦੇ ਨਾਲ ਇਹ ਟੁੱਟ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਜੇ ਬਸਤਰ ਇੰਨੇ ਖੁੱਲ੍ਹੇ ਪਾਉਣੇ ਨੇ ਤੇ ਸੰਕੋਚ ਕੇ ਤੁਰੋ, ਜਿਹੜੇ ਕਿਸੇ ਨੂੰ ਕਸ਼ਟ ਨਾ ਦੇਣ, ਜਾਂ ਫਿਰ ਬਸਤਰ ਹੀ ਇਹੋ ਜਿਹਾ ਨਾ ਪਾਓ। ਇਹ ਬਚਨ ਗੁਰੂ ਹਰ ਰਾਏ ਪਾਤਸ਼ਾਹ ਨੇ ਉਸ ਵੇਲੇ ਇੰਨਾ ਮੰਨਿਆ ਵੀ ਜਦੋਂ ਵੀ ਤੁਰਨਾ ਨਾ ਆਪਣਾ ਚੋਲਾ ਦੋਨਾਂ ਪਾਸਿਓਂ ਇਕੱਠਾ ਕਰਕੇ ਫੜ ਲੈਣਾ। ਮੇਰੇ ਦਾਦਾ ਸਤਿਗੁਰੂ ਦੇ ਬਚਨ ਨੇ, ਬਚਨ ਕਮਾਉਣਾ ਹੈ, ਦੋਨਾਂ ਪਾਸਿਓਂ ਚੋਲਾ ਫੜ ਕੇ ਇਕੱਠਾ ਕਰ ਲੈਣਾ ਤੇ ਫਿਰ ਤੁਰਨਾ। ਕਈ ਦਿਨ ਇਸੇ ਤਰ੍ਹਾਂ ਰਹੇ। ਗੁਰੂ ਪਾਤਸ਼ਾਹ ਬੜੇ ਖੁਸ਼ ਹੋਏ ਵੀ ਇਹਨਾਂ ਨੂੰ ਪਹਿਲਾ ਬਚਨ ਕੀਤਾ, ਪਹਿਲਾਂ ਹੀ ਇਹਨਾਂ ਨੇ ਮੰਨਿਆ। ਪ੍ਰਸੰਨ ਹੋ ਕੇ ਗੁਰਤਾ ਗੱਦੀ ਬਖਸ਼ੀ ਗੁਰੂ ਹਰ ਰਾਏ ਮਹਾਰਾਜ ਦੀਆਂ। ਤੇ ਜਿੱਥੇ ਗੁਰਮੁਖੋ ਅੱਜ ਸਥਾਨ ਬਣਿਆ ਨਾ ਪਤਾਲਪੁਰੀ ਸਾਹਿਬ, ਆਪਾਂ ਦਰਸ਼ਨ ਕਰਦੇ। ਇੱਥੇ ਫਿਰ ਮਹਾਰਾਜ ਨੇ ਕਮਰਾ ਬਣਵਾਇਆ, ਕਹਿ ਕੇ ਕਹਿਣ ਲੱਗੇ ਵੀ ਇਹ ਕੱਚਾ ਕਮਰਾ ਬਣਾਓ। ਬਣਾਇਆ ਗਿਆ, ਦਰਵਾਜ਼ਾ ਲਵਾਇਆ ਗਿਆ, ਉਹਦੇ ਅੰਦਰ ਸਣ ਤੇ ਕਾਂ ਵਿਛਾਈ ਗਈ ਬੈਠਣ ਵਾਸਤੇ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ ਹਰ ਰਾਏ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਸੰਗਤ ਨੂੰ ਸੰਬੋਧਨ ਕੀਤਾ। ਕਹਿਣ ਲੱਗੇ ਸੰਗਤ ਜੀ, ਅਸੀਂ ਹੁਣ ਸੱਚਖੰਡ ਨੂੰ ਚੱਲੇ ਹਾਂ। ਤੇ ਸਤਿਗੁਰੂ ਪਾਤਸ਼ਾਹ ਉਸ ਕਮਰੇ ਦੇ ਅੰਦਰ ਬੈਠ ਗਏ ਆ ਕੇ, ਜਿੱਥੇ ਅੱਜ ਪਤਾਲਪੁਰੀ ਗੁਰਦੁਆਰਾ ਸਾਹਿਬ ਬਣਿਆ ਨਾ, ਇੱਥੇ ਆ ਕੇ ਕਮਰੇ ਦੇ ਵਿੱਚ ਬੈਠ ਗਏ। ਹੁਕਮ ਕੀਤਾ ਵੀ 48 ਘੰਟੇ ਇਹ ਸਾਡਾ ਦਰਵਾਜ਼ਾ ਕੋਈ ਨਾ ਖੋਲ੍ਹੇ। 48 ਘੰਟਿਆਂ ਬਾਅਦ ਕਿਸੇ ਨੇ ਅੰਦਰ ਆਉਣਾ, ਉਹ ਅਰਦਾਸ ਬੇਨਤੀ ਕਰਕੇ ਫਿਰ ਅਗਲੀ ਕਿਰਿਆ ਕਰਨੀ। ਸਤਿਗੁਰੂ ਕਮਰੇ ਦੇ ਅੰਦਰ ਬੈਠੇ, ਕੰਧ ਦੇ ਨਾਲ ਮਹਾਰਾਜ ਨੇ ਢੋਲ ਆਈ ਤੇ ਚੌਂਕੜਾ ਲਾ ਕੇ ਬੈਠ ਗਏ। 48 ਘੰਟੇ ਉੱਥੇ ਬੈਠੇ ਰਹੇ। ਸੰਗਤਾਂ ਬਾਹਰ ਬੈਠੀਆਂ, ਦਰਵਾਜ਼ਾ ਬੰਦ ਹੈ। ਗੁਰੂ ਹਰ ਰਾਏ ਪਾਤਸ਼ਾਹ ਦੇ ਸਮੇਤ ਸਾਰੀ ਸੰਗਤ ਬਾਹਰ ਬੈਠੀ ਹੈ। ਰਾਤ ਨੂੰ ਬਾਣੀ ਪੜ੍ਹਦੇ ਰਹੇ, ਸਿਮਰਨ ਕਰਦੇ ਰਹੇ।
ਜਦੋਂ 48 ਘੰਟੇ ਸੰਪੂਰਨ ਹੋਏ, ਦਰਵਾਜ਼ਾ ਖੋਲ੍ਹਿਆ ਅਰਦਾਸ ਬੇਨਤੀ ਕਰਕੇ, ਉਸੇ ਤਰ੍ਹਾਂ ਕੰਧ ਦੇ ਨਾਲ ਢੋ ਲਾ ਕੇ ਮਹਾਰਾਜ ਜਿਉਂ ਦੇ ਤਿਉਂ ਬੈਠੇ ਹੋਏ। ਫਿਰ ਸੰਗਤਾਂ ਨੇ ਅੱਗੇ ਹੋ ਕੇ ਮਹਾਰਾਜ ਜੀਆਂ ਦੇ ਸਰੀਰ ਨੂੰ ਸਾਂਭਿਆ, ਇਸ਼ਨਾਨ ਕਰਵਾਇਆ, ਪਤਾਲਪੁਰੀ ਸਾਹਿਬ ਵਾਲੇ ਸਥਾਨ 'ਤੇ ਫਿਰ ਅੰਤਮ ਸੰਸਕਾਰ ਹੋਇਆ। ਇਸ ਤਰ੍ਹਾਂ ਅੱਜ ਦੇ ਦਿਨ ਗੁਰੂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਵੱਡ ਭਾਗ ਪਾਇਆ ਸਾਧ ਕੈ ਸਤ ਸੰਗੀਆ। ਵੱਡਿਆਂ ਭਾਗਾਂ ਦੇ ਨਾਲ ਕਿਸੇ ਸਾਧੂ ਦੀ ਸੰਗਤ ਕਰਨ ਦੇ ਨਾਲ ਗੁਰ ਮਿਲਾਇਆ ਤਾਂ ਗੁਰੂ ਪ੍ਰਾਪਤ ਹੁੰਦਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਵਰਗੇ ਗੁਰੂ ਤਾਂ ਪ੍ਰਾਪਤ ਹੁੰਦੇ ਹਨ। ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਨਸਾ ਜਿਹੜੀ ਮਨ ਹੈ ਨਾ, ਮਨ ਸਾਡੀ ਬੁੱਧੀ, ਇਹਦੀਆਂ ਵਾਸ਼ਨਾਵਾਂ, ਉਹਨਾਂ ਦੀ ਆਸਾ ਪੂਰੀ ਹੋ ਗਈ ਹੈ। ਬੁੱਧੀ ਦੀਆਂ ਆਸਾ ਪੂਰੀਆਂ ਹੋ ਗਈਆਂ, ਸਗਲ ਪੂਰੀ, ਕੋਈ ਰਹਿ ਹੀ ਕੋਈ ਨਹੀਂ ਗਏ, ਸਾਰੇ ਫੁਰਨੇ ਪੂਰੇ ਹੋ ਗਏ। ਫਿਰ ਅੰਕ, ਕਿਉਂਕਿ ਪ੍ਰਮਾਤਮਾ ਨੇ ਅੰਕ ਕਹੀਏ ਪੱਖ ਕੀਤਾ ਹੈ, ਪੱਖ ਕਹੀਏ ਸਪੋਰਟ ਕੀਤੀ ਹੈ, ਮੇਰੀ ਮਦਦ ਕੀਤੀ ਹੈ, ਮਦਦਗਾਰ ਬਣ ਕੇ। ਜਦੋਂ ਪ੍ਰਮਾਤਮਾ ਮਦਦਗਾਰ ਹੋ ਗਿਆ ਫਿਰ ਅੰਕ ਮਿਲਾਈ, ਫਿਰ ਉਸਨੇ ਆਪਣੇ ਅੰਕ ਕਹੀਏ ਗਲੇ ਦੇ ਨਾਲ ਲਾ ਲਿਆ, ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ, ਜੱਫੀ ਪਾ ਲਈ, ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਬਿਨਵੰਤ ਨਾਨਕ ਸੁਖ ਸੁਖੇਂਦੀ ਸਾਮੈ ਗੁਰ ਮਿਲ ਪਾਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਹੜੀਆਂ ਸੁੱਖਾਂ ਮੈਂ ਸੁੱਖ ਦੀ ਸੀ, ਪ੍ਰਮਾਤਮਾ ਮਿਲੇ, ਪ੍ਰਮਾਤਮਾ ਮਿਲੇ, ਸਾ ਮੈਂ ਗੁਰ ਮਿਲ ਪਾਈ। ਉਹ ਮੇਰੀ ਸੁਖਨਾ ਗੁਰੂ ਨਾਲ ਮਿਲ ਕੇ ਪੂਰੀ ਹੋਈ ਹੈ। ਕਿਉਂਕਿ ਪ੍ਰਮਾਤਮਾ ਨੂੰ ਮਿਲਣ ਦੀ ਸੁਖਨਾ ਤੇ ਸੀ, ਪਰ ਮਿਲਦਾ ਤਾਂ ਜੇ ਗੁਰੂ ਮਿਲਦਾ, ਗੁਰੂ ਮਿਲਿਆ, ਗੁਰੂ ਨੇ ਬਖਸ਼ਿਸ਼ ਕੀਤੀ ਤਾਂ ਪ੍ਰਮਾਤਮਾ ਮਿਲਿਆ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਸਤਿਗੁਰਾਂ ਦੇ ਗੁਰਬਾਣੀ ਦੀ ਵਿਚਾਰ ਆਪਾਂ 704 ਅੰਗ ਦੇ ਉੱਪਰ ਸਰਵਣ ਕਰ ਰਹੇ ਹਾਂ। 705 ਅੰਗ ਦੇ ਉੱਪਰ ਮੱਧ ਲੱਗੇਗਾ ਇਸ ਗੁਰਬਾਣੀ ਦੀ ਕਥਾ ਦਾ, ਜੋ ਆਪਾਂ ਕੁਝ ਦਿਨਾਂ ਦੇ ਵਿੱਚ ਇਸ ਮੱਧ ਭਾਗ ਨੂੰ ਸਰਵਣ ਕਰਾਂਗੇ, ਅਰਦਾਸ ਬੇਨਤੀ ਕਰਾਂਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ। ਦਿਓ ਸਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ। ਬਿਨਵੰਤ ਨਾਨਕ ਸੁਖ ਸੁਖੇਂਦੀ ਸਾਮੈ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।